ਇਹਨੂੰ ਨਹੀਂ ਸੁਣਾਈ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਵਾਜ਼ ਬਿਲਕੁਲ ਨਹੀਂ ਮੈਨੂੰ ਫੀਲ ਨਹੀਂ ਹੁੰਦਾ ਇੱਕ ਸਪੀਕਰ ਫਿਰ ਇੱਥੇ ਹੋਣਾ ਚਾਹੀਦਾ ਜੋ ਤੇਰਾ
ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਨਾਨਕ ਸ੍ਰੇਸ਼ਟ ਕਾ ਮੂਲ ਰਚਿਆ। ਨਾਨਕ ਸ੍ਰੇਸ਼ਟ ਕਾ ਮੂਲ ਰਚਿਆ। ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ। ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕੀਰਤਨ ਇਹ ਕਿਸਮ ਦੀ ਤਪੱਸਿਆ ਵੀ ਹੁੰਦੀ ਹੈ। ਕੀਰਤਨ ਜਪ ਔਰ ਤਪ ਦੇ ਵਿੱਚ ਵੀ ਆਉਂਦਾ ਹੈ। ਜਿਵੇਂ ਇਹ ਪੂਜਨੀਕ ਸੰਤ ਮਹਾਰਾਜ ਜੀ ਦੇ ਬਚਨ ਹਨ, ਕਿਉਂਕਿ ਆਤਮਿਕ ਵਿਦਿਆ ਦੀ ਸਮਝ ਤਾਂ ਉਹਨਾਂ ਆਤਮਾਵਾਂ ਤੋਂ ਹੀ ਮਿਲਦੀ ਹੈ ਜਿਨ੍ਹਾਂ ਨੂੰ ਇਸ ਦੀ ਪੂਰੀ ਪਹਿਚਾਨ ਹੋਵੇ। तो आख्या करते सन कि प्रयोजन ਤਾਂ नाम सिमरन ਦਾ ਵੀ ਪਹਿਲੀਆਂ ਸਟੇजेस ਦੇ ਵਿੱਚ ਜਿਸ ਨੂੰ ਅਸੀਂ ਨਾਮ ਸਿਮਰਨ ਆਖਦੇ ਹਾਂ, ਉਦੋਂ ਸਿਮਰਨ ਤਾਂ ਹੁੰਦਾ ਨਹੀਂ, ਕਿਉਂਕਿ ਜਦੋਂ ਸਿਮਰਨ ਦਾ ਅਰਥ ਹੈ ਯਾਦ ਦੇ ਨਾਲ ਜੁੜਿਆ ਹੈ ਕੋਈ ਨਾ ਕੋਈ ਅਨੁਭਵ। ਜਦੋਂ ਕਿਸੇ ਚੀਜ਼ ਦਾ ਅਨੁਭਵ ਹੋ ਗਿਆ, ਕੋਈ ਐਕਸਪੀਰੀਅੰਸ ਹੋ ਗਿਆ, ਕੋਈ ਝਲਕ ਮਿਲ ਗਈ, ਉਸ ਤੋਂ ਬਾਅਦ ਉਸ ਐਕਸਪੀਰੀਅੰਸ ਨੇ ਆਪਣੇ ਆਪ ਹੀ ਯਾਦ ਆਈ ਜਾਣਾ। ਉੱਥੇ ਫਿਰ ਸਟਰਗਲ, ਮਿਹਨਤ, ਖੇਚਲ, ਐਫਰਟ ਖਤਮ ਹੋ ਜਾਂਦੀ। ਉਦੋਂ ਜਾ ਕੇ ਬਣਦਾ ਹੈ ਸਿਮਰਨ। ਤੇ ਉਸ ਤੋਂ ਪਹਿਲਾਂ ਆਖਦੇ ਤਾਂ ਅਸੀਂ ਸਿਮਰਨ ਹੀ ਹਾਂ, ਲੇਕਿਨ ਉਦੋਂ ਸਿਮਰਨ ਕਿਸ ਚੀਜ਼ ਦਾ ਹੈ ਕਿ ਜੋ ਗੁਰੂ ਬਾਬਾ ਜੀ ਨੇ ਪ੍ਰੈਕਟਿਸ ਦਿੱਤੀ ਹੈ, ਉਸ ਦਾ ਸਿਮਰਨ, ਉਹ ਯਾਦ ਰੱਖਣਾ। ਸੋ ਇੱਕ ਸਟੇਜ ਦੇ ਉੱਤੇ ਜਿਹੜਾ ਲੈਸਨ ਹੈ ਉਹ ਯਾਦ ਰਹੇ, ਲੈਸਨ ਯਾਦ ਰਹੇ, ਸਬਕ ਯਾਦ ਰਹੇ। ਉਹ ਗੁਰੂ ਬਾਬਾ ਜੀ ਨੇ ਗੁਰਮੰਤਰ ਦਿੱਤਾ ਹੈ, ਗੁਰਬਾਣੀ ਦਿੱਤੀ ਹੈ। ਗੁਰਬਾਣੀ ਨੂੰ ਵੀ ਉਹਨਾਂ ਨੇ ਗੁਰਮੰਤਰ 'ਚ ਹੀ ਆਖਿਆ ਹੈ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ। सच मंत्र तुम्हारा अमृत बाणी। सुमंत्रम साध बचना, ऐसे बचन बाणी च मिलते हैं। तो ये कहने की कोशिश
ਦਾਸ ਇਹ ਕਰ ਰਿਹਾ ਹੈ ਕਿ ਜਦੋਂ ਅਸੀਂ ਸੰਗਤ 'ਚ ਆਉਂਦੇ ਹਾਂ, ਪ੍ਰਯੋਜਨ ਇਹ ਹੁੰਦਾ ਹੈ ਕਿ ਮਨ ਨੂੰ ਜੋ ਖਿਲ ਰਿਹਾ ਹੋਇਆ ਹੈ, ਇਸ ਨੂੰ ਇਕੱਠਾ ਕਰਨਾ ਹੈ। ਉਹਦੇ ਲਈ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ। ਸਰੀਰ ਅਤੇ ਮਨ ਇਹ ਦੋਨੇ ਬਾਹਰ ਮੁਖੀ ਕੰਮ ਜੋ ਹੈ ਉਹ ਜ਼ਿਆਦਾ ਪਸੰਦ ਕਰਦੇ ਹਨ। ਬਾਹਰ ਮੁਖੀ ਉਸ ਦੇ ਵਿੱਚ ਸੁਰਤੀ ਜਿੱਥੇ ਮਰਜ਼ੀ ਖਿਲਰੀ ਰਹੇ, ਉਹ ਕੰਮ ਸੌਖਾ ਹੈ। ਪਰ ਜਦੋਂ ਕੀਰਤਨ ਸੁਣਨ ਬੈਠ ਜਾਂਦੇ ਆ, ਉਦੋਂ ਬਾਹਰ ਮੁਖੀ ਕੰਮ ਨਹੀਂ ਰਹਿ ਗਿਆ, ਹੱਥਾਂ ਪੈਰਾਂ ਨਾਲ ਕੰਮ ਕਰਨ ਵਾਲਾ ਕੁਛ ਨਹੀਂ ਨਾ ਰਹਿ ਗਿਆ, ਉਦੋਂ ਕੰਮ ਅੰਤਰਮੁਖੀ ਹੋ ਗਿਆ। ਤੋ ਅੰਤਰਮੁਖੀ ਕੰਮ ਜਿਹੜਾ ਹੈ, ਨਾ ਮਨ ਨੂੰ ਹੀ ਚੰਗਾ ਬਹੁਤਾ ਲੱਗਦਾ ਹੈ ਤੇ ਨਾ ਤਨ ਨੂੰ ਹੀ ਬਹੁਤਾ ਚੰਗਾ ਲੱਗਦਾ ਹੈ। ਉਦੋਂ ਕੀ ਕਰਨਾ ਪੈਂਦਾ, ਫਿਰ ਇਹਦੇ ਨਾਲ ਥੋੜਾ ਜਿਹਾ ਸਖਤ ਹੋ ਕੇ ਤੇ ਇਸ ਨੂੰ ਆਪਣੀ ਆਗਿਆ 'ਚ ਚਲਾਉਣਾ ਪੈਂਦਾ ਹੈ। ਇਸ ਕਰਕੇ ਹੀ ਕਹਿੰਦੇ ਆ ਬਾਰ-ਬਾਰ ਕਿ ਪੰਕਤੀ 'ਚ ਬੋਲੋ। ਪੰਕਤੀ 'ਚ ਬੋਲਣ ਦੇ ਨਾਲ ਇੱਕ ਤਾਂ ਖਿੰਡਿਆ ਹੋਇਆ ਮਨ ਔਰ ਉਸ ਮਨ ਦੀ ਜਿਹੜੀ ਅੜੀ ਟੁੱਟੇਗੀ, ਔਰ ਪਰਪਸਲੀ ਡਿਲਿਬਰੇਟਲੀ ਇਸ ਮਨ ਨੂੰ ਇਹ ਆਰਡਰ ਦੇਣਾ ਹੈ ਕਿ ਹੁਣ ਤੂੰ ਗਾ। ਇਸ ਨੇ ਪਸੰਦ ਨਹੀਂ ਕਰਨਾ, ਇਸ ਦੀ ਲਾਈਕਿੰਗ ਨਹੀਂ। ਔਰ ਵੈਸੇ ਗੱਲਾਂ ਬਾਤਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਕੈਜੂਅਲ ਟਾਕਸ ਦੇ ਵਿੱਚ ਇਹ ਸਾਰਾ ਦਿਨ ਮਨ ਜਿਹੜਾ ਹੈ ਇਹ ਇਨਵੋਲਵ ਹੋ ਕੇ ਆਨੰਦ ਮਾਣਦਾ ਹੈ। ਲੇਕਿਨ ਜਦੋਂ ਕਿਹਾ ਜਾਏ ਕਿ ਸ਼ਬਦ 'ਚ ਬੋਲੋ, ਆਵਾਜ਼ ਇੱਕਦਮ ਹੀ ਧੀਮੀ ਚੱਲ ਜਾਂਦੀ। ਉਹ ਨਹੀਂ ਕਿ ਸਾਨੂੰ ਕੋਈ ਆਵਾਜ਼ 'ਚ ਪ੍ਰੋਬਲਮ ਹੈ ਜਾਂ ਅਸੀਂ ਗਾਇਨ ਨਹੀਂ ਕਰ ਸਕਦੇ। ਸਾਰੀ ਕੁਦਰਤ ਦੇ ਵਿੱਚ ਗਾਇਨ ਹੈ, ਪਸ਼ੂ ਪੰਛੀ ਵੀ ਗਾਇਨ ਕਰਦੇ ਹਨ, ਪਰ ਕਿਉਂ ਨਹੀਂ ਅਸੀਂ ਗਾਉਂਦੇ? ਕਿਉਂਕਿ ਮਨ ਦਾ ਸੁਭਾਅ ਹੈ ਬਾਹਰ ਮੁਖੀ, ਇਹ ਐਕਸਟਰੋਵਰਟ ਹੈ, ਤੇ ਇਸ ਕਰਕੇ ਮਨ ਜਿਹੜਾ ਹੈ ਉਦੋਂ ਕਹਿਣਾ ਨਹੀਂ ਮੰਨਦਾ। ਹੁਣ ਸਤਸੰਗ ਦੇ ਵਿੱਚ ਆ ਕੇ ਇਹ ਜਿਹੜੀ ਹੈ ਮਨ ਦੀ ਪ੍ਰੈਕਟਿਸ ਹੈ, ਇਹ ਤਪੱਸਿਆ ਹੈ, ਇਸ ਨੂੰ ਮੈਡੀਟੇਸ਼ਨ ਸਮਝ ਲਓ, ਇਸ ਨੂੰ ਅਭਿਆਸ ਸਮਝ ਲਓ, ਇਹ ਇੱਥੇ ਆ ਕੇ ਕੀਤੀ ਜਾ ਸਕਦੀ ਹੈ। ਤੇ ਪ੍ਰਯੋਜਨ ਤਾਂ ਇਹ ਹੁੰਦਾ ਹੈ ਕਿ ਮਨ ਜਿਹੜਾ ਹੈ ਉਸ ਨੂੰ ਆਪਣੇ ਕਹਿਣੇ 'ਚ ਲਿਆਂਦਾ ਜਾਏ, ਫਿਰ ਇਸ ਤੋਂ ਉਹ ਕਰਾਇਆ ਜਾਏ ਜੋ ਇੱਥੇ ਬੈਠ ਕੇ ਕਰਾਉਣਾ ਹੈ। ਉਸ ਦੇ ਨਾਲ ਇਹ ਇਕਾਗਰ ਹੋਏਗਾ। ਫਿਰ ਆਹਿਸਤਾ ਆਹਿਸਤਾ ਬਾਰ-ਬਾਰ ਗਾਉਂਦਿਆਂ ਇਹ ਸ਼ਬਦ ਦੀ ਵਿਚਾਰ ਨੂੰ ਅੰਦਰ ਕਨਸੀਵ ਕਰਨ ਲਈ, ਗ੍ਰਹਿਣ ਕਰਨ ਲਈ, ਉਹਦੇ ਲਈ ਪ੍ਰਪੇਅਰ ਹੋਏਗਾ। ਤੋ ਇਸ ਕਰਕੇ ਇਹ ਕਿਸੇ ਕਾਰਨ ਕਰਕੇ ਕਿਹਾ ਜਾ ਰਿਹਾ ਹੈ ਕਿ ਆਪ ਜੀ ਗਾਓ, ਕਿਉਂਕਿ ਸਤਸੰਗ ਦੇ ਵਿੱਚੋਂ ਜਦੋਂ ਵਾਪਸ ਜਾਈਏ, ਮਨ ਦਾ ਟਿਕਾਓ, ਮਨ ਦੇ ਉੱਤੇ ਵਿਚਾਰਾਂ ਦਾ ਪ੍ਰਭਾਵ, ਇਹਨਾਂ ਦੋਨਾਂ ਦੇ ਨਾਲ ਮਨ ਦੀ ਅਵਸਥਾ ਜਿਹੜੀ ਹੈ ਉਹ ਅਪਲਿਫਟ ਹੋ ਜਾਂਦੀ ਹੈ। ਉਹ ਬਾਰ-ਬਾਰ ਸਤਸੰਗ ਕਰਦਿਆਂ ਉੱਚੀ ਹੁੰਦੀ ਜਾਂਦੀ ਹੈ। ਤੋ ਇਹ ਸੌਖਾ ਸਾਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਧ ਸੰਗਤ ਦੇ ਵਿੱਚ ਬੈਠ ਕੇ ਮਨ ਨੂੰ ਇਕਾਗਰ ਕਰਨ ਦਾ, ਔਰ ਮਨ ਨੂੰ ਪਵਿੱਤਰ ਸ਼ੁੱਧ ਕਰਨ ਦਾ, ਔਰ ਮਨ ਨੂੰ ਵਿਵੇਕ ਵਿਚਾਰ ਦੇਣ ਦਾ, ਉੱਚੀ ਵਿਚਾਰ ਦੇਣ ਦਾ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਇਹ ਟੈਕਨੀਕ ਹੈ। ਤੋ ਇਸ ਕਰਕੇ ਆ ਜਿਹੜਾ ਬਚਨ ਹੈ, ਇਸ ਬਚਨ ਦੇ ਵਿੱਚ ਜੋ ਗੁਰੂ ਮਹਾਰਾਜ ਜੀ ਨੇ ਆਖਿਆ ਹੈ, ਇਹ ਤਾਂ ਸਾਡੀ ਸਾਰੀ ਜ਼ਿੰਦਗੀ 'ਚ ਸਾਡੇ ਖਿਆਲ 'ਚ ਨਹੀਂ ਆਉਂਦੀ ਇਹ ਗੱਲ। ਇਹ ਵਿਚਾਰ ਤਾਂ ਸਾਡੇ ਅੰਦਰ ਕਦੇ ਸਟ੍ਰਾਈਕ ਹੀ ਨਹੀਂ ਹੁੰਦੀ, ਇਸ ਵਿਚਾਰ ਦੀ ਕਦੇ ਕੋਈ ਡਿਸਕਸ਼ਨ ਨਹੀਂ ਹੁੰਦੀ, ਇਸ ਗੱਲ ਦਾ ਤਾਂ ਕੋਈ ਨਾਮ ਤੱਕ ਨਹੀਂ ਲੈਂਦਾ। ਕਿਸ ਗੱਲ ਦਾ? ਕਿ ਐ ਸਰੀਰਾ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਧਰੀ ਤਾਂ ਤੂੰ ਜਗ ਮੈਂ ਆਇਆ।
ਸੋ ਜਗਤ ਦੇ ਵਿੱਚ ਜਿਸ ਵਸਤੂ ਦੇ ਕਾਰਨ, ਜਿਸ ਵਸਤੂ ਦੇ ਹੋਣ ਦੇ ਕਾਰਨ, ਜਿਸ ਵਸਤੂ ਨੇ ਇਸ ਨੂੰ, ਇਸ ਜਗਤ ਦੇ ਦੀਦਾਰ ਦਰਸ਼ਨ ਕਰਾਏ, ਗੁਰੂ ਜੀ ਕਹਿੰਦੇ ਇਹਦੇ ਕਾਰਨ ਤੂੰ ਹੈ, ਤਾਂ ਤੂੰ ਜਗ ਮੈਂ ਆਇਆ। ਕ੍ਰੈਡਿਟ ਕਿਸ ਨੂੰ ਜਾਂਦਾ ਹੈ? ਕ੍ਰੈਡਿਟ ਕਿਸ ਨੂੰ ਜਾਂਦਾ ਹੈ? ਕਿਸ ਨੂੰ? ਥੋੜਾ ਜਿਹਾ ਜਵਾਬ ਆਇਆ, ਹੋਰ ਜਵਾਬ ਦਿਓ। ਕ੍ਰੈਡਿਟ ਸਾਰਾ ਇਹ ਸਰੀਰ 'ਚ ਜੇ ਅਸੀਂ ਚਲਦੇ ਫਿਰਦੇ ਹਾਂ 60-70 ਸਾਲ ਇਹਦੇ ਵਿੱਚ ਰਹਿੰਦੇ ਹਾਂ, ਇਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਐਕਸਪੀਰੀਅੰਸ ਕਰਦੇ ਹਾਂ, ਅਨੁਭਵ ਕਰਦੇ ਹਾਂ, ਇਸ ਦੇ ਨਾਲ ਬਹੁਤ ਬੜੀਆਂ ਬੜੀਆਂ ਜ਼ਿੰਦਗੀ 'ਚ ਸੋਚਦੇ ਹਾਂ ਅਸੀਂ, ਮੰਜ਼ਲਾਂ ਤੈਅ ਕੀਤੀਆਂ, ਬਹੁਤ ਕੁਝ ਇਸ ਸਰੀਰ ਦੇ ਨਾਲ ਅਚੀਵ ਕੀਤਾ, ਬਹੁਤ ਕੁਝ ਹਾਸਲ ਕੀਤਾ, ਫਿਰ ਇਸ ਸਰੀਰ ਦੇ ਨਾਲ ਇਤਨੀ ਇਸ ਦੀ ਪਰਸਨੈਲਿਟੀ ਨਾਲ, ਇਸ ਦੀ ਅਪੀਅਰੈਂਸ ਦੇ ਨਾਲ ਇਸ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ। ਪਰ ਉਸ ਵਸਤੂ ਦਾ ਨਾਂ ਨਿਸ਼ਾਨ ਨਹੀਂ ਹੈ, ਉਸ ਵਸਤੂ ਦੀ ਕੋਈ ਅਵੇਅਰਨੈਸ ਨਹੀਂ ਹੈ, ਉਸ ਵਸਤੂ ਦੀ ਬਿਲਕੁਲ ਬੇਖਬਰੀ ਹੈ। तो कितना अज्ञान होया, कितनी इग्नोरेंस हुई, कितनी नासमझी हुई। एक तो ये ट्रेजिडिक पार्ट हो गया कि जिस करके ये सारी खेड है, जिस करके ये सारी महिमा है, जिस करके ये शरीर दियां बहारां हन, जिहदी बदौलत हन, ਉਸ ਦਾ ਪੂਰੀ ਦੀ ਪੂਰੀ ਜ਼ਿੰਦਗੀ ਉਸ ਵੱਲ ਧਿਆਨ ਨਹੀਂ ਜਾਂਦਾ। ਅਸੀਂ ਸੋਚਦੇ ਹਾਂ ਅਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹ ਲਈਆਂ, ਉਹ ਤਾਂ ਪੜ੍ਹ ਲਈਆਂ, ਪਰ ਇਸ ਵਸਤੂ ਦੀ ਵੱਲ ਫਿਰ ਵੀ ਧਿਆਨ ਨਾ ਗਿਆ। ਨੇਮ ਤਾਂ ਪੂਰਾ ਹੋ ਗਿਆ, ਲੇਕਿਨ ਉਸ ਨੇਮ ਦਾ ਵੀ ਕੋਈ ਪ੍ਰਯੋਜਨ ਸੀ। उसने भी किसी वस्तु की तरफ, किसी चीज की तरफ साडा ख्याल दबाना सी, और वो एकदम दबाया जा नहीं सकता। वो आहिस्ता 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 डिवेलपमेंट होंदी है। पहला तो डिसिपलिन की डिवेलपमेंट होंदी है, इसकी जिंदगी नूं घड़िया जाता है, तराशिया जाता है, शेप अप किया जाता है। ਅਸੀਂ ਅਖੰਡ ਪਾਠ ਵੀ ਕਰਵਾ ਲਿਆ, ਸਾਰੀ ਦੁਨੀਆ 'ਚ ਹੁੰਦੇ ਹਨ। ਜਦੋਂ ਆਰੰਭ ਹੁੰਦਾ ਹੈ ਉਸ ਅਰਦਾਸ ਵੇਲੇ ਪਰਿਵਾਰ ਬੈਠਦਾ ਹੈ, ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਹੁੰਦੀਆਂ ਹਨ, ਪ੍ਰਸ਼ਾਦ ਵਰਤਦਾ ਹੈ, ਸਾਰੇ ਉੱਠ ਕੇ ਕਮਰੇ 'ਚੋਂ ਬਾਹਰ ਨਿਕਲ ਜਾਂਦੇ। ਫਿਰ ਭੋਗ ਵਾਲੇ ਦਿਨ ਸਾਰੇ ਇਨਵਾਈਟੀਜ਼ ਐਂਡ ਸਭ ਫਿਰ ਇਕੱਤਰ ਹੋ ਜਾਂਦੇ। ਪਰ ਗੁਰੂ ਸਾਹਿਬ ਜੀ ਦੇ ਤਾਂ सरल सरल शब्दों के बचनों के विच जो साड़ी समझ गल लियाउण की कोशिश की जा रही है, वो तो असीं वांझे ही रह गए कि ना रह गए। आज शब्द पहला भी सुनिया होएगा, पहला भी गायन होया होएगा, बहुतिआं नूं याद भी होएगा, लेकिन इस दे उत्ते थोड़ा रुक के ठहर के भी गुरु जी कहते की हैं, उसनूं हो सकता असां ध्यान ना दिता होवे, बहुतिआं ने दिता भी होएगा, वो बहुत पूजनीक हन, सत्कारयोग हन, उन्हां नूं तां साडी दास दी नमस्कार है। पर गुरु जी कहंदे हन बई जिस दे करके सारी तेरी खेड है, जिहड़ा तैनूं सृष्टि च लिआया है, जिसने ये तमाम एक्सपीरियंसिस तैनूं बख्शे हैं, शरीर नूं आख्या है, गल शरीर तो शुरू हुंदी है गुरबाणी दे विच। ਇਹਦੇ ਪਰਮਾਰਥ ਦੇ 3 ਸਟੈਪਸ ਹਨ, 3 ਸਟੇਸ਼ਨ ਹਨ, शरीर, मन और आत्मा। सब तो जो
ग्रॉस है वो शरीर है, उस तो थोड़ा जिहा फिर कॉम्प्लीकेटेड जो है, सूक्ष्म है, वो मन है, और उस तो बाद फिर जो अति सूक्ष्म है वो आत्मा है। तो गुरु जी इत्थों शुरू करते हैं कि ए शरीरा मेरे, ओ मेरे बदन, ए तन, ए काया, ए शरीर, हर तुम में जोत तरी। समझ लो कि ए सारे शरीर इसले इल्यूमिनड हैं। ये शरीर सारे जितने इत्थे बैठे हैं, इन्हों इवें भी असीं आख सकते हैं कि जगमगा रहे हैं, इवें भी आख सकते हैं कि ये जिंदा हैं। जिंदा होने का अर्थ ही है कि ये जगमगा रहे, इन्हां च रोशनी। शरीर का जिंदा होना ही रोशनी समझा जाता है। ये अखां नाल आ बल्ब जिहड़े देखते हैं, ये रोशनी नहीं। जोत का भाव है जिहड़ी इस शरीर के अंदर जिंदा चीज है। जिंदगी कह लो, लाइफ कह लो, लाइफ फोर्स कह लो, अलाइवनेस कह लो, चेतन सत्ता कह लो। गुरु जी कहते ओ तेरे अंदर परमेश्वर ने पाई, वो हुण बड़ी मिस्टीरियस चीज है। यानी साडे अंदर एक ऐसी वस्तु है जिसनों वो वस्तु आप ही जानती है भी वो की है। उस वस्तु नू अनुभव उसकी होने का एहसास हो सकता है, और उस एहसास होने तो बाद उस एहसास नू कायम रखने का अभ्यास किया जा सकता है। बस जिसका इतना कनैक्शन बन गया, जिसका इतना लिंक बन गया, जिसकी इतनी ग्लिम्स मात्र भी गल दे विच समझ आ गई कि इस शरीर दे विच गुरु बाबा जी कहते हैं कोई ऐसी चीज है जिन्हों वो जोत कहते हैं। ये शरीरा मेरा हर तुम में जोत धरी, तां तू जग में आया। ये शरीरा मेरा हर तुम में जोत रखी, तां तू जग में आया। हर जोत राखी तुद विच, तां तू जग में आया। फिर कहते हर आपे मिता माता, आपे पिता। इसका अर्थ कहते असल माता पिता तां वो फिर जोत ही हुई, वो वस्तु ही हुई। तो गुरु जी की कोशिश की है कि सारी जिंदगी कई कई जन्म गुजर जाते हैं, वो प्यारी वस्तु साडे ख्याल च नहीं आती, साडे ध्यान च नहीं आती, साडे जहन च नहीं आती, साडे अनुभव च नहीं आती। रहने असीं उसदे नाल ही, या ये कहो कि वो रहिंदी है, जिंदा वो है। ए शरीरा मेरा हर तुम में जोत रखी। हुण कल भी दास ने यह सवाल रेज किया कि साडियां जिंदगियां इस तरह दीयां हो गई हैं कि अगर सब तो ज्यादा कोई इग्नोर्ड एंड निगलैक्टेड एंड फॉरगॉटन कोई चीज है तो वो केड़ी है? जवाब दो। आपनू पता ही है ना जवाब। सब तो ज्यादा निगलैक्टेड केड़ी चीज है, फॉरगॉटन केड़ी चीज है, इग्नोर्ड केड़ी चीज है? वो आत्मा कह लो या ये जोत कह लो। पर साध संगत जी ये हसदा खेड़दा तुरया फिरदा खांदा पींदा बोलदा चलदा परिवारां दे सुख बच्चों दे सुख उन्हां दे अनुभव तमाम कुछ जो भी है ये अगर वो जोत ना होवे तो ये कर नहीं सकता। तो ये सारे दे सारे जो कुछ भी असीं जीवन दे विच एक्सपीरियंस करते हाँ वो उस जोत की बदौलत है। ये उस जोत की शक्ति है, ये उस जोत की सत्ता है।
ਤੇ ਗੁਰੂ ਜੀ ਦੇਖਦੇ ਹਨ ਕਿ ਇਹਨਾਂ ਜੀਵਨਾਂ ਦੇ ਵਿੱਚ ਇਹ ਕੀ ਗੱਲ ਹੋ ਗਈ ਕਿ ਉਸ ਵਸਤੂ ਦਾ ਖਾਬੋ ਖਿਆਲ ਨਹੀਂ, ਬਸ ਉਸੇ ਦਾ ਖਿਆਲ ਆ ਜਾਣਾ ਹੀ ਸਿਮਰਨ ਹੈ। ਉਸ ਦਾ ਸਮਝ ਦੇ ਵਿੱਚ ਆਉਣਾ ਸ਼ੁਰੂ ਹੋ ਜਾਣਾ ਹੀ ਨਾਮ ਸਿਮਰਨ ਹੈ। ਉਸ ਦੀ ਹੋਂਦ ਦਾ ਅਹਿਸਾਸ ਵੱਧਦੇ ਜਾਣਾ ਹੀ ਆਤਮਿਕ ਜੀਵਨ ਹੈ। ਔਰ ਗੁਰਬਾਣੀ ਜਿਹੜੀ ਹੈ ਸਾਰੀ ਦੀ ਸਾਰੀ ਅਖੀਰ ਦੇ ਵਿੱਚ ਇਟ ਬੋਇਲਸ ਡਾਊਨ ਟੂ ਓਨਲੀ ਵਨ ਪੁਆਇੰਟ। ਉਹ ਕੀ ਹੈ? ਕਿਸੇ ਵਿਦਵਾਨ ਪੰਡਤ ਵੱਲ ਨੂੰ ਜੋ ਬਹੁਤ ਵਿਦਵਾਨ ਸੀ, ਬਹੁਤ ਗ੍ਰੰਥ ਪੜ੍ਹੇ ਸੀ, ਬਹੁਤ ਫਿਰ ਸੁਣਾਉਂਦਾ ਵੀ ਸੀ, ਉਹਨੂੰ ਕਹਿੰਦੇ ਹਨ ਉਹ ਪੰਡਤ ਅਤੇ ਨੇਕਾਂ ਤਰ੍ਹਾਂ ਦੇ ਕਰਮਕਾਂਡ ਵੀ ਉਸਨੇ ਰਚੇ ਹੋਏ ਸਨ ਭੋਲੀ ਭਾਲੀ ਦੁਨੀਆ ਨੂੰ। ਆਹ ਕਰੋ, ਆਹ ਕਰੋ, ਆਹ ਕਰੋ, ਆਹ ਨਹੀਂ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਇਹ ਆਤਮਾ ਨੇ ਨਹੀਂ ਕਿਹਾ ਕਿਤੇ। ਉਸ ਜੋਤ ਨੂੰ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦੇ ਨਾਲ। ਹਾਂ, ਜਿਤਨੀ ਦੇਰ ਤੱਕ ਉਹ ਜੋਤ ਦਾ ਅਨੁਭਵ ਜਾਂ ਸਮਝ ਨਹੀਂ ਹੈ ਉਦੋਂ ਤੱਕ ਇਹ ਸਾਰੇ ਹੀ ਇਸ਼ੂਜ਼ ਹਨ। ਇਹ ਸਾਰੇ ਇਸ਼ੂਜ਼ ਆਪ ਦੇਖਦੇ ਹੋ ਕਿ ਆ ਛੋਟੀ ਜਿਹੀ ਗੱਦੀ ਹੈ, ਦੇਖੋ, ਦੇਖਦੇ ਇਹ ਸਾਡੇ ਧਿਆਨ ਚ ਆ ਜਾਂਦੀ ਹੈ। ਇਹ ਸਾਡੇ ਧਿਆਨ ਚ ਆ ਜਾਂਦੀ ਇਤਨੀ ਇੱਕ ਪਤਲੀ। ਔਰ ਦਾਸ ਨੇ ਪੂਰੇ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੇ ਉੱਤੇ ਕ੍ਰਿਟਿਸਿਜ਼ਮ ਅਤੇ ਅਟੈਕ, ਇਹ ਕੋਈ ਸ਼ਹਿਰ ਨਹੀਂ ਜਿੱਥੇ ਨਾ ਐਕਸਪੀਰੀਅੰਸ ਕੀਤਾ ਹੋਵੇ। ਔਰ ਅੰਦਰੋਂ ਮੈਂ ਉਸ ਲਈ ਹੱਸਦਾ ਹਾਂ। ਗੁਰੂ ਜੀ ਤੁਹਾਨੂੰ ਕੁਝ ਹੋਰ ਧਿਆਨ ਚ ਲਿਆਉਣ ਨੂੰ ਕਹਿੰਦੇ ਹਨ ਤੇ ਤੁਸੀਂ ਕੁਝ ਹੋਰ ਹੀ ਧਿਆਨ ਚ ਲਿਆ ਰਹੇ ਹੋ। ਦੇਖੋ ਸਾਡੇ ਧਿਆਨ ਚ ਕਿਹੜੀ ਚੀਜ਼ਾਂ ਦੀ। ਹਾਂ, ਲੁਧਿਆਣੇ ਪਿੱਛੇ ਜੇ ਅਸੀਂ ਕੀਰਤਨ ਕਰਨ ਗਏ ਇੱਕ ਗੁਰਦੁਆਰੇ, ਕੀਰਤਨ ਕਰਦਿਆਂ ਦੇ ਵਿੱਚ ਉਹ ਆ ਕੇ ਪ੍ਰਬੰਧਕਾਂ ਦੇ ਵਿੱਚੋਂ ਇੱਕ ਸੱਜਣ, ਉਹਨਾਂ ਨੇ ਕੀਰਤਨ ਕਰਦਿਆਂ ਚੋਂ ਕਹਿੰਦੇ ਜੀ ਆਹ ਨਿਕਾਲੋ। ਮੈਂ ਕਿਹਾ ਤੁਹਾਨੂੰ ਕੀਰਤਨ ਨਹੀਂ ਸੁਣਦਾ, ਤੁਹਾਨੂੰ ਕੀਰਤਨ ਨਹੀਂ ਸੁਣ ਰਿਹਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਰੱਤਾ ਜਿਤਨਾ ਵੀ ਕੋਈ ਮਤਲਬ ਨਹੀਂ ਹੈ। ਆਹ ਤੁਹਾਨੂੰ ਦਿਸਦੀ ਹੈ, ਇਹ ਤੁਹਾਨੂੰ ਕਿਉਂ ਦਿਸਦੀ ਹੈ? ਇਹ ਇਸ ਕਰਕੇ ਦਿਸਦੀ ਹੈ ਕਿ ਉਹ ਜੋਤ ਦਾ ਹਾਲੇ ਅਨੁਭਵ ਹੋਣਾ ਨਹੀਂ ਸ਼ੁਰੂ ਹੋਇਆ। ਜਦੋਂ ਉਸ ਜੋਤ ਦਾ ਅਨੁਭਵ ਹੋਣਾ ਸ਼ੁਰੂ ਹੋ ਗਿਆ ਕਿ ਸਭ ਕੁਝ ਤਾਂ ਇਹ ਉਸ ਜੋਤ ਦੇ ਬਹਾਨੇ ਹੈ, ਉਸ ਜੋਤ ਦੇ ਕਾਰਨ ਹੈ, ਉਸ ਦੀ ਬਦੌਲਤ ਹੈ, ਉਦੋਂ ਇਹ ਸਾਰੇ ਇਸ਼ੂਜ਼। ਮੈਂ ਕਿਹਾ ਕੀ ਗੱਲ ਜੀ, ਕਿਉਂ ਤੁਸੀਂ ਕਹਿੰਦੇ ਬੇਅਦਬੀ ਹੋ ਰਹੀ? ਮੈਂ ਕਿਹਾ ਉਹ ਕਿਹਦੀ ਹੋ ਰਹੀ ਹੈ? ਤੁਹਾਡੀ ਹੋ ਰਹੀ ਹੈ। ਜਾਂ ਉਸ ਸਾਡੇ ਸਭਨਾਂ ਦੇ ਅੰਦਰ ਬੈਠੀ ਜਿਹੜੀ ਜੋਤ ਹੈ ਉਸ ਦੀ ਬੇਅਦਬੀ ਹੋ ਰਹੀ ਹੈ, ਜਾਂ ਗੁਰੂ ਬਾਬਾ ਜੀ ਦੀ ਬੇਅਦਬੀ ਸਾਡੇ 'ਚ ਹੈ ਸੱਤਿਆ ਕਿ ਅਸੀਂ ਉਹਨਾਂ ਦੀ ਬੇਅਦਬੀ ਕਰ ਸਕੀਏ? ਅਸੀਂ ਤਾਂ ਸਭ ਤੋਂ ਵੱਡੀ ਬੇਅਦਬੀ ਕਰ ਹੀ ਰਹੇ ਹਾਂ ਕਿ ਜਿਸ ਵਸਤੂ ਦੇ ਕਾਰਨ ਜ਼ਿੰਦਾ ਹਾਂ, ਤੁਰੇ ਫਿਰਦੇ ਹਾਂ, ਖਾਣੇ ਪੀਣੇ ਹਾਂ, ਬਾਲ ਬੱਚਿਆਂ ਦੇ ਨਾਲ ਖੇਡਦੇ ਹਾਂ, ਜ਼ਿੰਦਗੀ ਦੇ ਵਿੱਚ ਜੀਵਨ 'ਚ ਬਹੁਤ ਕੁਝ ਕਮਾਉਂਦੇ ਹਾਂ, ਖੱਟਦੇ ਹਾਂ, ਮਾਣਦੇ ਹਾਂ, ਅਤਿਅੰਤ ਸੁਖ ਮਾਣਦੇ ਹਾਂ, ਉਸ ਵਸਤੂ ਨੂੰ that is the thing which is the most forgotten, neglected, ignored। ਇਸ ਤੋਂ ਜ਼ਿਆਦਾ ਬੇਅਦਬੀ ਹੋਰ ਕੀ ਹੋ ਸਕਦੀ ਹੈ? ਇਸ ਤੋਂ ਜ਼ਿਆਦਾ ਬੇਅਦਬੀ ਹੋਰ ਕੀ ਹੋ ਸਕਦੀ ਹੈ? Am I making sense? ਕਿਉਂਕਿ ਇੱਥੇ ਦੀ ਸੰਗਤ ਡਿਟਰੋਇਟ ਦੀ ਬਹੁਤ ਹਾਈਲੀ ਐਜੂਕੇਟਡ ਸੰਗਤ ਹੈ, ਬਹੁਤ ਹਾਈਲੀ ਐਜੂਕੇਟਡ ਸੁਸਾਇਟੀ ਹੈ। ਦਾਸ ਨੇ ਆਪਣੇ ਕੀਰਤਨਾਂ ਦੇ ਦੌਰਿਆਂ ਦੇ ਵਿੱਚ ਇਹ ਅਨੁਭਵ ਕੀਤਾ ਹੈ। ਇਹ ਸਵਾਦ ਮੈਨੂੰ ਕੈਲੀਫੋਰਨੀਆ ਦੇ ਗੁਰਦੁਆਰਿਆਂ 'ਚ ਕੀਰਤਨ ਕਰਨ ਦਾ ਵੀ ਨਹੀਂ ਆਇਆ, ਇੱਥੇ ਜ਼ਿਆਦਾ ਆਇਆ। ਖਾਸ ਕਰਕੇ ਜਿਹੜਾ ਈਸਟ ਕੋਸਟ ਹੈ, ਇਹਦੀ ਰਿਚਨੈਸ ਜਿਹੜੀ ਹੈ ਅਲੱਗ ਕਿਸਮ ਦੀ ਹੈ। ਸਾਧ ਸੰਗਤ ਜੀ, ਇਹ तमाम ਇਸ਼ੂਜ਼
ਕਰਮ ਕਾਂਡੀਆਂ ਨੇ ਪੈਦਾ ਕੀਤੇ ਹੋਏ ਹਨ। ਔਰ ਕਰਮ ਕਾਂਡੀਆਂ ਨੂੰ ਕਰਮ ਕਾਂਡ ਦਿਸਦਾ ਹੈ, ਕਰਮ ਕਾਂਡੀਆਂ ਨੂੰ ਜੋਤ ਨਹੀਂ ਦਿਸਦੀ। ਉਹਨਾਂ ਨੂੰ ਜੋਤ ਦਾ ਪਤਾ ਨਹੀਂ ਹੈ, ਉਹਨਾਂ ਨੂੰ ਇਹ ਪਤਾ ਨਹੀਂ ਗੁਰੂ ਜੀ 'ਚ ਕੀ ਲਿਖਿਆ ਹੈ। ਅੱਜ ਮੈਂ ਆਪ ਜੀ ਨੂੰ ਸ਼ਬਦ ਆਰੰਭ ਕਰ ਦਿੰਦਾ, ਪਰ ਉਹ ਅੱਖਾਂ ਖੋਲ ਦੇਣ ਵਾਲਾ ਔਰ ਕਪਾਟ ਖੋਲ ਦੇਣ ਵਾਲਾ, ਅਕਲ ਦੇ ਦਰਵਾਜ਼ੇ ਬੰਦ ਹੋਇਆਂ ਨੂੰ ਖੋਲ ਦੇਣ ਵਾਲਾ ਸ਼ਬਦ ਹੈ। ਉਹ ਅੱਜ ਔਰ ਕੱਲ੍ਹ 'ਚ ਪੂਰਾ ਹੋਏਗਾ। ਐਸੇ ਸ਼ਬਦ ਸ਼ਾਇਦ ਹੀ ਕੀਰਤਨਾਂ ਦੇ ਵਿੱਚ ਸੁਣਨ ਨੂੰ ਸਾਨੂੰ ਪ੍ਰਾਪਤ ਹੋਏ ਹੋਣ। ਗੁਰੂ ਜੀ ਕਹਿੰਦੇ ਹਨ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਏ। ਮੈਂ ਉਹ ਅਰਜ਼ ਕਰ ਰਿਹਾ ਸੀ ਕਿ ਉਹ ਆ ਕੇ ਕਹਿੰਦੇ ਜੀ ਇਹਨੂੰ ਨਿਕਾਲੋ, ਇਹ ਗੋਡੇ ਥੱਲੇ ਕਿਉਂ ਰੱਖਿਆ? ਮੈਂ ਕਿਹਾ ਗੋਡੇ ਦੀ ਵੀ ਸਰਜਰੀ ਹੋ ਗਈ ਹੈ ਔਰ ਸਰਵਾਈਕਲ ਦੀ ਨੈਕ ਦੀ ਵੀ ਸਰਜਰੀ ਹੋ ਗਈ, ਔਰ ਡਾਕਟਰਾਂ ਦੀ ਇੰਸਟਰਕਸ਼ਨ ਹੈ ਕਿ ਤੂੰ ਚੌਂਕੜੀ ਮਾਰ ਕੇ ਨਹੀਂ ਬਹਿਣਾ, ਲੱਤ ਪਸਾਰ ਕੇ ਬੈਠਣਾ ਹੈ। ਮੈਂ ਕਿਹਾ ਇਹ ਤਾਂ ਹੁਣ ਹੋ ਨਹੀਂ ਸਕਦਾ। ਤੇ ਫਿਰ ਕਹਿੰਦੇ ਥੋੜ੍ਹਾ ਜਿਹਾ ਟਾਵਲ ਜੋ ਹੈ ਗੋਡੇ ਦੇ ਥੱਲੇ ਰੱਖ ਲਿਆ ਕਰੋ, ਨਹੀਂ ਤਾਂ ਸਰਜਰੀ ਜਿਹੜੀ ਹੈ ਉਹ 2-4 ਸਾਲ ਬਾਅਦ ਫਿਰ ਕਰਾਉਣੀ ਪਏਗੀ। ਤੇ ਕਿੰਨੀ ਕੁ ਵਾਰੀ ਕਰਾਓਗੇ? ਲੋਅਰ ਬੈਕ ਵੀ ਬੜੀ ਬੈਡਲੀ ਡੈਮੇਜਡ ਹੈ। ਕਹਿਣ ਦਾ ਭਾਵ ਮੇਰਾ ਕਿ ਇਹ ਤਾਂ ਸਾਡਾ ਸਮੁੱਚਾ ਹਾਲ ਹੈ। ਕਲਕੱਤੇ ਗਏ, ਉਹਦਾ ਬੜਾ ਵੱਡਾ ਇਸ਼ੂ ਲੱਗ ਗਿਆ ਇਸ ਗੱਲ ਦਾ। ਲੁਧਿਆਣੇ ਕੀਰਤਨ ਕਰ ਰਹੇ ਸੀ, ਇੰਟਰਨੈਟ ਦੇ ਉੱਤੇ ਵਰਲਡ ਵਾਈਡ ਉਹ ਰਿਲੇ ਵੀ ਹੋ ਰਿਹਾ ਸੀ, ਔਰ ਜੋ ਕੁਝ ਸੀਨ ਹੋ ਰਿਹਾ ਸੀ ਉਹ ਸਭ ਦੇਖ ਰਹੇ ਸਨ। ਮੈਂ ਉਹਨਾਂ ਨੂੰ ਬੇਨਤੀਆਂ ਕਰ ਰਿਹਾ, ਜੀ ਮੇਰੀ ਮੈਡੀਕਲ ਪ੍ਰੋਬਲਮ ਕਰਕੇ ਰੱਖੀ ਹੋਈ ਹੈ। ਮੈਨੂੰ ਬਲੰਟਲੀ ਕਹਿੰਦੇ ਜੀ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਇਹਦੇ ਨਾਲ ਗੁਰੂ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ। ਮੈਂ ਕਿਹਾ ਉਹਦਾ ਕੋਈ ਪ੍ਰੂਫ ਦਿਖਾਓਗੇ ਕਿੱਥੇ ਹੋ ਰਹੀ ਹੈ? ਉਹ ਤਾਂ ਸ਼ਬਦ ਰੂਪ ਹੈ। ਹਾਂ, ਸ਼ਬਦ ਨੂੰ ਨਾ ਸਮਝਣਾ ਬੇਅਦਬੀ ਹੈ, ਸ਼ਬਦ ਨੂੰ ਨਾ ਮੰਨਣਾ ਬੇਅਦਬੀ ਹੈ, ਸ਼ਬਦ ਦੀ ਸਮਝ ਸੁਣਨ ਨੂੰ ਨਾ ਤਿਆਰ ਹੋਣਾ ਬੇਅਦਬੀ ਹੈ। ਉਹਨਾਂ ਦੀ ਗੱਲ ਨੂੰ ਨਾ ਮੰਨਣਾ, ਨਾ ਸਮਝਣਾ, ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈਗੀ? ਤਾਂ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਗੁਰੂ ਜੀ ਕਹਿੰਦੇ ਹਨ, ਆ ਇੱਕ ਵਸਤੂ ਹੈ, ਜੀਵਨ ਗੁਜ਼ਰ ਜਾਂਦਾ ਹੈ, ਲੇਕਿਨ ਇਸ ਦਾ ਕਦੀ ਹੀ ਸ਼ਾਇਦ ਸਾਡੇ ਅੰਦਰ ਖਿਆਲ ਆਉਂਦਾ ਹੋਵੇ ਕੋਈ ਜੋਤ ਨਾਮ ਵੀ ਕੋਈ ਚੀਜ਼ ਹੈ ਜਾਂ ਕੋਈ ਹੋਰ ਵਸਤੂ ਵੀ ਇਸ ਸਰੀਰ ਦੇ ਵਿੱਚ ਹੈ। ਹੁਣ ਅੱਜ ਇਹ ਸੁਣਨਾ ਹੈ ਕਿ ਗੁਰੂ ਜੀ ਇਸ ਸਰੀਰ ਦੇ ਵਿੱਚ ਕੀ ਹੈ, ਔਰ ਅਗਰ ਤਾਂ ਸਰੀਰ ਦੇ ਵਿੱਚ ਰਹਿੰਦਿਆਂ ਜੀਵ ਦੀ ਸਮਝ ਦੇ ਵਿੱਚ, ਰੀਅਲਾਈਜ਼ੇਸ਼ਨ ਦੇ ਵਿੱਚ, ਅਨੁਭਵ ਦੇ ਵਿੱਚ ਉਹ ਆ ਜਾਏ, ਤਾਂ ਫਿਰ ਇਸ ਸਰੀਰ ਨੂੰ ਮੈਨੂੰ ਨਹੀਂ ਪਤਾ ਇਨਸਾਨ ਮਨੁੱਖ ਕੀ ਕਹਿੰਦੇ ਹਨ, ਪਰ ਗੁਰਬਾਣੀ ਕੀ ਦਰਜਾ ਦਿੰਦੀ ਹੈ ਉਸ ਦੇਹੀ ਨੂੰ, ਮੈਂ ਇਹ ਸੁਣਾਉਣਾ ਹੈ। ਹੁਣ ਜੇ ਕਿਸੇ ਦਾ ਮਨ ਗੁਰਬਾਣੀ ਨੂੰ ਨਾ ਮੰਨੇ, ਉਹ ਉਹਦੀ ਆਪਣੀ ਮਰਜ਼ੀ ਹੈ। ਜੇ ਮੈਂ ਕਿਤੇ ਕੋਈ ਅਰਥ ਗਲਤ ਕਰ ਜਾਂ ਤਾਂ ਫਿਰ ਮੈਨੂੰ ਆਪ ਸਮਝਾ ਸਕਦੇ ਹੋ, ਦੱਸ ਸਕਦੇ ਹੋ, ਤੇ ਮੈਂ ਉਸ ਨੂੰ ਸੁਣਨ ਨੂੰ ਤਿਆਰ ਹੋਵਾਂਗਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਲਏ ਹੋਏ ਸ਼ਬਦ ਨੂੰ, ਬਚਨ ਨੂੰ ਸੁਣ ਲਓ ਵੀ ਜੇ ਇਹ ਜਿਹੜੀ ਸਾਡੇ ਅੰਦਰ ਜੋਤ ਨਾਮ ਚੀਜ਼ ਹੈ, ਅਗਰ ਕਿਸੇ ਭਾਗਾਂ ਵਾਲੀ ਕਾਇਆ ਦੇ ਵਿੱਚ ਆ ਕੇ ਇਸ ਕਾਇਆ ਦਾ ਧਿਆਨ, ਖਿਆਲ ਇਸ ਜੋਤ ਦੀ ਤਰਫ ਵੀ ਚਲਿਆ ਗਿਆ ਤੇ ਇਸ ਦਾ ਅਹਿਸਾਸ ਆ ਗਿਆ, ਇਸ ਦੀ ਇਨਫੋਰਮੇਸ਼ਨ ਮਿਲ ਗਈ, ਇਸ ਦੀ ਅੰਡਰਸਟੈਂਡਿੰਗ ਬਣ ਗਈ, ਗੁਰੂ ਜੀ ਕਹਿੰਦੇ ਹਨ ਉਹ ਕਾਇਆ ਫਿਰ ਜੋ ਹੈ ਉਹ ਉਹਨਾਂ ਦੇ ਬਚਨਾਂ ਤੋਂ ਹੀ ਸੁਣ ਲਓ। ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ। ਕਹਿੰਦੇ ਉਹ ਕਾਇਆ ਫਿਰ ਇਹ ਜੋਤਪਤੀ ਹੈ, ਔਰ ਇਸ ਜੋਤਪਤੀ ਦੀ ਕਾਮਣੀ ਬਣ ਜਾਂਦੀ ਹੈ, ਪਤਨੀ ਬਣ ਜਾਂਦੀ ਹੈ। ਤੇ ਫਿਰ ਕਹਿੰਦੇ ਅਤ ਸਵਾਲਿਓ, ਉਸ ਕਾਇਆ ਜਿਤਨੀ ਜਿਹੜੀ ਇਸ ਜੋਤ ਦੇ ਨਾਲ ਹੁਣ ਇਨਟਿਊਨਡ ਹੈ, ਕਹਿੰਦੇ ਉਸ ਕਾਇਆ ਜਿਤਨੀ ਖੂਬਸੂਰਤ ਹੋਰ ਕੋਈ ਵਸਤੂ ਨਹੀਂ ਹੈ। ਕਾਇਆ ਕਾਮਣ
अत सवालियो अति सुंदर, केड़ी फिर वसे जिस नाले। अंदर तो साढ़े सबना दे ही है, पर सुरत करके असीं उस तो दूर हाँ। हाँ या नहीं? जवाब दे करो, हाँ या नहीं? दूर ही होए ना, जिस चीज का कदे ध्यान ही ना आवे, चेता ही ना आवे, ख्याल ना आवे, वो तो आपे दूर हो गए। पर गुरु जी कहते जिहड़ा ध्यान करके उस जोत दे नाल रहन लग पवे, समझ लो वो जोत रूप पति दे नाल रहन वाली देही है, काया है। काया कामण अत सवालियो अति सुंदर, फिर वसे जिस नाले, फिर सच्चे ते सदा सुहागण। हुण जोत और काया विछड़े हुए हैं, अलग अलग होए हुए हैं, पर कहते जदों इस काया च आके किसी की सुरती च ध्यान दे विच वो ज्योति आ गई, तो कहते फिर की बनती है? फिर सच्चे ते सदा सुहागण। कहते ये काया रब दी सुहागण बन जाती है, वाहिगुरू दी सुहागण बनती है। ये तो बाणी उसनू यह सन्मान दिंदी है, उस काया नू, उस जीव नू, उस जीवन नू जिस जीवन दे विच ये ध्यान च आ जाए। फिर सच्चे ते सदा सुहागण गुरु का शब्द संभाले। जिहड़ी काया गुरु दी दिती हुई आ जिहड़ी जाग है, आ जिहड़ी होश है, आ जिहड़ी सुरत है, आ जिहड़ी समझ है, जिहड़ी काया कहंदे उसनू संभाल के उसनू याद करके रखदी है, वो फिर सच्चे ते सदा सुहागण। उस दे नाल लिंक्ड होण करके, कनैक्टेड होण करके कहंदे वो रब दी सुहागण बन गई है। हुण जो रब दी सुहागण है, उहदियां सारियां चिंतावां वो किहदियां हो गईयां? उहदियां सारियां चिंतावां, उहदे सारे मसले, उहदियां सारे दुख सुख तकलीफां फिर किहदी जिम्मेवारी हो गई? रब दी हो गई। तो कितनी ऑनरेबल जिहड़ी है वो काया होएगी, जिहड़ी वाहिगुरू दी सुहागण बन गई। कितनी ऑनरेबल होएगी, कितनी डिग्निफाइड होएगी, उसनूं शब्दां च नहीं आख्या जा सकता। कहंदे समझण दी कोशिश करो इस काया दे विच की है। अगर किते वो समझ पै गई तां काया दे प्रति नजरिया बदल जाएगा, काया दे प्रति एटीट्यूड बदल जाएगा। काया कामण अत सवालियो, फिर वसे जिस नाले, फिर सच्चे ते सदा सुहागण गुरु का शब्द संभाले। हर की भगत सदा रंग राता, हौमे विचों जाले। कहते जेड़ा जीव, जेड़ी ये काया, क्योंकि सारा शब्द काया ते आएगा। आप जी लफ्ज सुनते रहे हो, पूरे शब्द च अखर काया ही आना है। जेड़ी काया ये करती है कि हर की भगत सदा रंग राता, सदा हर वक्त अंदर जिहड़ी आत्मा वस्तु है ਉਹਦੇ नालों अपने ख्याल नूं दूर नहीं जाण दिंदी। जिहड़ी काया ये करदी है हौमे विचों जाले, कहंदे ਉਹਦੇ विचों हौमे चल जाती है। ये जिहड़ी अपनी अलग एक हस्ती समझदी सी ना, कहंदे इस अनुभव, इस ज्ञान नाल आहिस्ता 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 इसकी अंडरस्टैंडिंग ये वधदी जाती है। मेरी कोई हस्ती नहीं, मैनू तां ये तोरन फिरन वाला, चलाउण वाला, हरकत देण वाला, सत्या देण वाला तो कोई होर है, वो मेरा खसम साईं है, मेरा पति। वाह वाह पूरे गुर की बाणी, पूरे गुर ते उपजी साच समानी। हुण अगला थोड़ा जिहा सीन इस शब्द का डिस्क्रिप्शन वो सुनने वाला है। कहंदे इस काया की महिमा नूं समझो, ये अंदर की वस्तु है। हुण सुनो, काया अंदर सब किछ वसे, खंड मंडल पाताला। काया अंदर जग जीवन दाता वसे, सब ना करे प्रतिपाला। काया कामण सदा सुहेली, गुरमुख नाम संभाला।
ਅੱਗੇ ਕਹਿੰਦੇ ਹਨ ਕਾਇਆ ਅੰਦਰ ਆਪੇ ਵਸੇ। तो कितनी इग्नोरेंस है, कितनी अज्ञानता है। इसनू की एजुकेशन किया जाए, इसनू कोई तालीम किया जाए? ऐसा तो सानू ख्वाबो ख्याल च नहीं पता भी आ भी कोई एरिया है। काया अंदर आपे वसे, अलख ना लखिया जाए। मनमुख मुग्ध बूझे नाही, बाहर पालन जाए। ਉਹ ਕਹਿੰਦੇ ਮਨਮੁਖ ਉਹ ਹੈ, ਮੁਗਧ ਉਹ ਹੈ ਜਿਸ ਦੇ ਰਤਾ ਜਿਤਨਾ ਵੀ ਇਸ ਵਸਤੂ ਦੀ ਤਰਫ ਨਾ ਧਿਆਨ ਜਾਂਦਾ ਹੈ, ਨਾ ਰੁਚੀ ਜਾਂਦੀ ਹੈ, ਤੇ ਬਾਰ-ਬਾਰ ਤੁਰਿਆ ਫਿਰਦਾ ਹੈ। ਬਸ ਉਹੀ ਮਨਮੁਖ, ਉਹ ਮੁਗਧ। ਕਾਇਆ ਅੰਦਰ ਆਪੇ ਵਸੇ, ਅਲਖ ਨਾ ਲਖਿਆ ਜਾਈ। ਕਹਿੰਦੇ ਵਸਦਾ ਹੈ ਕਾਇਆ ਦੇ ਅੰਦਰ, ਲੇਕਿਨ ਇਵੇਂ ਨਜ਼ਰ ਨਹੀਂ ਆਉਂਦਾ, ਉਹਦੀ ਕੋਈ ਜੁਗਤੀ ਹੈ। ਅੱਗੇ ਚੱਲ ਕੇ ਦੱਸਦੇ ਹਨ काया अंदर आपे वसे, अलख ना लखिया जाई। मनमुख मुग्ध बूझे नाही, बाहर पालन जाई। पूरे सतगुर आप दिखाया, सतगुर सेवे सदा सुख पाए। सतगुर अलख दिता लखाई। कहते सतगुरु की सेवा दे नाल, सतगुरु की सेवा की हुंदी है? गुरु बाबा जी दे जो बचन हैं, गुरु की सेवा शब्द विचार। दिस इज द डेफिनेशन ऑफ सतगुरु की सेवा। गुरु की सेवा, सारे बोलो, दिस इज वैल्यूएबल इंफॉर्मेशन। सेवा की है सतगुरु दी? गुरु की सेवा शब्द विचार। बाणी चो पंक्ति आपने देख लेनी, लिखी हुई है। गुरु की सेवा शब्द विचार। शब्द दी विचार यानी गुरु दे सबक, लैसन, विद्या, तालीम नू समझ लेना, इनकारपोरेट कर लेना जीवन दे विच। कहंदे सब तो वड्डी सेवा यह है। जे ये ना कीती तो बाकी कमां तो साडे तो गुरु ने की लेना है। उसनू किसी इमारत की लोड़ है, उसनू किसी थां की लोड़ है, उसनू साडे कर्मां की लोड़ है, असीं उसका कुछ बनाउणा है? नहीं। कहंदे उसकी तालीम ਨੂੰ जिसने समझ लिया, प्यार कर लिया, अपने अंदर ले आंदा, असल सेवा तो उसने गुरु की थी। गुरु की सेवा शब्द विचार। अगे चलते हैं, कहते हैं काया अंदर रतन पदार्थ भगत भरे भंडारा। ये तो हुण असीं सुन के अंदाजा भी नहीं लगा सकते। कहते इस काया अंदर आत्मा दे नाल जुड़न दे नाल जो कुछ पैदा हो जाता है जीव दे अंदर, कहते उन्होंने तो रत्ना दे नाल तशबीह दी जा सकती है। अगर कोई जीव इस वस्तु जिहड़ी जोत है उहदे नाल क्लोज होना शुरू हो गया, वो इतनी बरकत वाली है, इतनी शक्ति वाली है, इतना कुछ उसदे विच है जिहदा कोई हिसाब ही नहीं है। काया अंदर रतन पदार्थ भगत भरे भंडार। इस काया अंदर 9 खंड पृथ्वी, हाट पट्टन बाजारा। इस काया अंदर नाम 9 नित पाइए, गुर के शब्द विचार। काया अंदर तोल तलावे, आपे तोलनहारा। कहंदे तोलनहारा दा अर्थ हुंदा है परखण वाला। इस काया दे अंदर ही इस वड्डियां भागां वाले जीव नूं इस गल दी परख होनी है। इस काया दे अंदर ही उस सोझी ने डेवलप होना है कि सोझी ने कि नाम वर्गी और कोई वस्तु जहान च नहीं है। सो जिस काया अंदर ऐसी अंडरस्टैंडिंग डेवलप हुंदी है, जिस काया दे अंदर भक्ति वर्गे भक्ति दे रतन पदार्थ प्रगट हो जाते हैं, तो काया कोई मामूली जी शायद हुई। हाँ, जिन्होंने काया की महिमा का ही नहीं पता, वो जो मर्जी बोली जान। जिन्होंने ये कुछ बाणी जो पढ़िया है, वो इस अमृतमय बचन को सुनने तो बाद उन्होंने अकल बदल जाती है। गुरु जी तो कुछ और ही लिखते हैं, कहते हैं इस काया के अंदर वो परख, वो डिस्क्रिशन, वो विवेक विचार पैदा हो जाती है, जिसनों पता लगता है कि
अमोलक वस्तु केड़ी है और बेकार वस्तु केड़ी। काया अंदर तोल तलावे आपे तोलनहारा, मोल किति नाम पाइए नाही, नाम पाइए गुर विचारा। अगलियां 2-3 पंक्तियां रह गई, मैं शब्द पूरा कर दिया। गुरु जी कहते हैं गुरमुख होवे सो काया खोजे। कहते जिहड़ा गुरमुख है वो काया दे अंदर आ जिहड़ी जोत रूप आत्मा रूप वस्तु है दिनों दिन इहदी खोज करदा है। गुरमुख होवे सो काया खोजे, होर सब भरम भुलाई। बाकी साडे अपने बनाए होए ख्याल तो साडियां अपनियां बनाइयां होइयां गल्लां, ये सारा कुछ गुरु बाबा जी कहते भरम भुलेखा है। गुरमुख होवे सो काया खोजे, ईशू तो सिर्फ इन्ना है। और इस तो अलावा बाकी सारा कुछ गुरु जी ने लिखा है। गुरमुख होवे सो काया खोजे। काया दे विच कोई वस्तु है, कोई अजीब चीज है, सानू समझ तो पैंदी है इतनी एक गल दी कि शरीर च कोई होर भी चीज है, पर असीं उसकी खोज वाल नूं चलदे नहीं हैं। चलते रहने हाँ, आ मर्यादा गलत हो गई, आ मर्यादा च नहीं है, आ बेअदबी हो गई, आ होना चाहिए सी, आ होना चाहिए सी। वो इशू ही नहीं है बाणी दा, वो मैन मेड इशू सा। गुरमुख होवे सो काया खोजे, होर सब भरम भुलाई। गुरमुख होवे सो काया खोजे, होर सब भरम भुलाई। अगे कहते हैं इस काया अंदर पाओ पाओ वसे, गुर प्रसादी पाई। इत्थे बस नहीं कहते काया अंदर ब्रह्मा विष्णु महेशा, सब ओपत जिस संसारा। कहते ओ अकाल पुरख वाहिगुरु जिसने ब्रह्मा विष्णु महेश उपाए हन, कहते ओ आप ही इस काया दे अंदर वसदा है। काया अंदर ब्रह्मा विष्णु महेशा, सारा शब्द काया ते है, काया लफ्ज आ रहा है। काया अंदर ब्रह्मा विष्णु महेशा, सब ओपत जिस संसारा। सच्चे अपना खेल रचाया, आवा कौन पसारा। पूरे सतगुर आप दिखाया, सच नाम निस्तारा। कहते ये पूरे सतगुरु की बख्शिश, उसकी रहमत, उसकी विचार, उसके ज्ञान द्वारा इसनू पता लगता है कि काया वस्तु की और इहदे विच की पिया होया है। जिसने वो लभ लिया वो काया, फिर असीं उसनू नहीं समझ सकते। हो सकता असीं उसका तिरस्कार ही करिए, असल बेअदबी तो फिर उत्थे हो गई। जिहड़ी काया दे अंदर आ जो कुछ है वो प्रगट, क्योंकि गुरु जी तो लिखिया होया है, इतों सानू गाइडेंस मिलती है, समझ मिलती है। पर जिस काया ने ये सब कुछ अंदरों पा लिया, उसका तिरस्कार, उसकी बेअदबी फिर गुरु जी की बेअदबी हो जाएगी। अखीरला पदा शब्द दा, सा काया जो सतगुर सेवे, सच्चे आप सवारी। कहते जड़ी काया सतगुरु नूं सेवदी है, की करदी है, इन्हां बचनां दे अनुसार भालदी है, ढूंढदी है, वो लभदी है, उस पासे चलदी है। गुरु जी कहते वो तां सच्चे परमात्मा दी आप सवारी हुई काया है। सा काया जो सतगुर सेवे, सच्चे आप सवारी। तो जे किसी काया ने यह नहीं किया तो वह काया फिर किदां दी रह गई। विण नावे दर ढोई नाही तां जम करे खुआरी। कहते उस काया दी जिसदी आ गल समझ नहीं आई भी जोत के कारण मैं तुरी फिरदी हाँ, और उस जोत नूं कदे प्यार नाल नमस्कार ही नहीं किया। उस जोत के अंदर होने करके एक अचंभा ना पैदा होया। I remember many years back, there was a very fortunate day in my life. I got all of sudden surprised and shocked. Oh, I am alive. Just that very thought, it struck me in such a way. I am alive and I am aliveness.
Since that day, the whole scene has changed. सा काया जो सतगुर सेवे सच्चे आप सवारी, कहते ओ काया सच्चे वाहिगुरु के द्वारा आप सवारी हुई है। क्यों सवारी है? क्योंकि उस काया नू इस जोत का ध्यान आ गया। बस जिहड़ा गुरु जी ने इस शब्द च किया ना, ए शरीरा मेरिया हर तुम में जोत रखी, जिस काया नू इस जोत का ख्याल आ गया, ये पता नहीं जुगां जुगांतरां गुजरा जाण तो बाद किते वड्डियां भागां दे नाल आउंदा है। जिसनू ये ख्याल आ गया, गुरु जी कहते हैं वह तो सच्चे परमात्मा के द्वारा सवारी हुई काया है। सा काया जो सतगुर सेवे सच्चे आप सवारी। पर अगर ऐसा नहीं करता कोई, विण नावे दर ढोई नाई तां जम करे खुआर। उन्हां काया दी जम खुआरी करेगा, वो इत्थे भी खुआर अगे भी खुआर होणगियां, जिन्हां दे जीवन उन्हां काया दा जिहड़ा असल आसरा है उस तो दूर रही, वो हुण भी खुआर हो रही हैं, बाद भी खुआर होणगियां। तो अखीरली पंक्ति कहंदे नानक सच वडियाई पाए। जगत के लोग बेशक ना वडियाई देण, ना उसनूं मनण, ना उसनूं समझण, ना उसनूं अंडरस्टैंड करन, इट मेक्स नो डिफरेंस। पर गुरु जी कहते हैं नानक सच वडियाई पाए। वो काया सच्ची वडियाई प्राप्त करती है जिसनूं हर किरपा धारी, जिस उत्ते वाहिगुरु ने बख्शिश की थी। और जो कुछ इस काया दे अंदर खजाने, रतन, जवाहरात, भंडार भरे पए हन, जिस काया ने ओ लभ लै, गुरु जी कहते वो काया रब दी सुहागण है। और वाहिगुरु दी वो अत प्यारी है, अत सुंदर है। वाहिगुरु दी ओ अत सवारी हुई काया है। वो क्यों है? क्योंकि उस काया दी समझ दे विच, काया च आके ये गल समझ आ गई जो अज असीं गाई है, ए शरीरा मेरिया हर तुम में जोत रखी तां तू जग में आया। यू ओनली एग्जिस्ट बिकॉज ऑफ दैट डिवाइन लाइट विद इन अस। सो अज दा कीर्तन हो सकता है थोड़ा जिहा समा उपर चलिया गया होवे, पर ये संगत मैनू पता है बहुत सूझवान है। साडा तकरीबन 20 साल पुराना इत्थों की संगत के नाल प्रेम प्यार है। और जदों कोई विचार की, गुरबाणी की, एजुकेशन की गल हो रही होवे, तो आई हैव रियलाइज दैट इत्थों की संगत जो है वो समझ सूझ वाली, हाईली एजुकेटेड है और बहुत एप्रीशिएट करती है। इस करके मैं उस गल का बहुत ज़्यादा अपने मन उत्ते बोझ नहीं रखिया कि हुण मैं शब्द नूं विच अधूरा छड्ड दें। तो इस करके जो गुस्ताखी हुई भी है तो आप जी खिमा दे जाचक होवोगे, दास खिमा दा जाचक है, आप खिमा बख्शिश करोगे। तो कीर्तन की हुण समाप्ति है और आनंद साहब तो बाद, नामे तो बाद साडे बहुत ही आदरणीय परम सत्कारयोग सरदार गुरबचन सिंह जी मान, वो कुछ कीर्तन रिलेटेड कुछ और एक्टिविटीज़ हैं उन्हों के बारे। और कल तो कुछ सानू कन्फ्यूजन हुई है, टाइम की करैक्शन जो है वो भी आप जी नूं उस तो विदित कराउणगे। तो प्यार नाल इस पंक्ति में एक दफा आओ हुण सारे गा ली, क्योंकि असीं इसकी थीम अच्छी तरह समझ चुके हैं और उसनूं फिर याद भी रखना है कि की एक सबक सीखिया है। ए शरीरा मेरिया हर तुम में जोत रखी तां तू जग में आया। बस वो जोत इंपॉर्टेंट है। वो जोत केड़ी चीज है? जिसनूं असीं आत्मा कहने, सोल कहने, रूह कहने, या वो चीज जिहदे करके जिंदा तुरे फिरदे हैं। बस जदों भी किते दिन च कदी कदाई अखां मीट लईआं, ये अभ्यास करिया करो। कल राती असीं घर च भी शेयर करते सी, कदी कदाई जदों समा मिले अखां मीट के ये मन च आख्या करो कि ये शरीर के अंदर कोई वस्तु है, ये तो नहीं मैनूं पता भी वो की है, पर वो जो भी है उसनूं मेरी प्रणाम है, उसनूं मेरी नमस्कार है, उसनूं नमस्कार करया करो। इस तरह उसनूं प्रेम नाल याद करया करो। बस वे करदे ही रह करो, करदे ही रह करो। गुरु जी कहते हैं ओ पंडित सुन पंडित कर्माकारी, जित कर्म सुख उपजे पाई, सो आत्म तत्व विचारी।
ਕਹਿੰਦੇ ਉਹ ਭਾਈ ਜਿਸ ਕਰਮ ਨਾਲ ਸੁਖ ਪੈਦਾ ਹੋਣਾ ਹੈ ਉਹ ਤਾਂ ਜਿਹੜੀ ਸਾਡੇ ਅੰਦਰ ਆਤਮਾ ਤਤ ਚੀਜ਼ ਹੈ ਉਸ ਦੀ ਵਿਚਾਰ, ਉਸ ਦਾ ਖਿਆਲ, ਉਸ ਦੀ ਰਿਅਲਾਈਜੇਸ਼ਨ, ਉਸ ਦਾ ਧਿਆਨ, ਉਸ ਦੀ ਰਿਮੈਂਬਰੈਂਸ ਦੇ ਨਾਲ ਹੀ ਸੁਖ ਵਧਣਾ ਹੈ। ਭੂਲ ਚੁੱਕ ਦੀ ਖਿਮਾ ਸਾਰੇ ਪ੍ਰੇਮ ਨਾਲ ਸ਼ਬਦ ਗਾਇਨ। ਏ ਸਰੀਰਾ ਮੇਰੇ ਹਰ तुम में जोत रखी तातु जग में आया। हे शरीरा मेरे हर तुम में जोत रखी तातु जग में आया। तू जग में आया, तू जग में आया।